ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਆਓ ਅੱਜ ਅਸੀਂ ਪੰਜਾਬੀ ਲੋਕ ਗੀਤ ਘੋੜੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਕਿ ਜਿਵੇਂ ਅਸੀਂ ਲੜਕੀ ਦੇ ਵਿਆਹ ਦੇ ਉੱਪਰ ਗੱਲ ਕਰਦੇ ਹਾਂ ਕਿ ਲੜਕੀ ਦੀਆਂ ਤਾਈਆਂ, ਚਾਚੀਆਂ ਅਤੇ ਉਸ ਦੀਆਂ ਸਹੇਲੀਆਂ ਜੋ ਗੀਤ ਗਾਉਂਦੀਆਂ ਹਨ, ਲੜਕੀ ਦੇ ਵਿਆਹ ਨਾਲ ਸੰਬੰਧਿਤ ਗੀਤ ਹੁੰਦਾ, ਉਸ ਨੂੰ ਅਸੀਂ ਸੁਹਾਗ ਕਹਿੰਦੇ ਹਾਂ। ਅਤੇ ਉਸੇ ਤਰ੍ਹਾਂ ਜਿਹੜਾ ਪੰਜਾਬੀ ਲੋਕ ਗੀਤ ਹੈ ਉਹ ਹੈ ਘੋੜੀਆਂ। ਘੋੜੀਆਂ ਨੂੰ ਜ਼ਿਆਦਾਤਰ ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆ, ਮਤਲਬ ਕਿ ਵੀਰ ਦੀ ਤਾਰੀਫ ਕੌਣ ਕਰਦੀ ਆ? ਭੈਣ। ਸੋ ਜਿਹੜੀ ਘੋੜੀਆਂ ਨੇ ਉਹ ਜੋ ਰਿਸ਼ਤੇ ਦੇ ਵਿੱਚ ਵਿਆਹੁਲੇ ਮੁੰਡੇ ਦੀਆਂ, ਜਿਸ ਲੜਕੇ ਦੀ ਵਿਆਹ ਹੁੰਦਾ, ਜਿਸ ਦੀ ਮੈਰਿਜ ਹੁੰਦੀ ਆ, ਉਸ ਦੀਆਂ ਰਿਸ਼ਤੇ ਵਿੱਚ ਲੱਗਦੀਆਂ ਭੈਣਾਂ ਗਾਉਂਦੀਆਂ ਹਨ। ਸੋ ਜਿਹੜੀ ਅਸਲ ਦੇ ਵਿੱਚ ਘੋੜੀ ਹੈ, ਜਦੋਂ ਬਰਾਤ ਚੜ੍ਹਦੀ ਆ, ਭੈਣਾਂ ਦੁਆਰਾ ਜਾਂ ਭੈਣ ਦੁਆਰਾ ਗਾਈ ਜਾਂਦੀ ਇੱਕ ਲੋਕ ਵੰਨਗੀ ਹੈ ਘੋੜੀ। ਸੋ ਉਂਝ ਘੋੜੀਆਂ ਤਾਈਆਂ, ਚਾਚੀਆਂ, ਮਾਮੀਆਂ, ਮਾਸੀਆਂ ਵੀ ਗਾਉਂਦੀਆਂ ਹਨ। ਆਓ ਜਾਣਦੇ ਹਾਂ ਕਿ ਇਹ ਘੋੜੀਆਂ ਕੀ ਹੁੰਦੀਆਂ ਹਨ। ਇਹਨਾਂ ਘੋੜੀਆਂ ਦੇ ਵਿੱਚ ਮੁੰਡੇ ਦੇ ਪਹਿਰਾਵੇ ਦੀ ਗੱਲ, ਉਸ ਦੇ ਸਿਹਰੇ ਦੀ ਗੱਲ, ਉਸ ਦੀ ਜੁੱਤੀ ਦੀ ਗੱਲ, ਉਸ ਦੀ ਘੋੜੀ ਦੀ ਗੱਲ, ਉਸ ਨੂੰ ਕਿਵੇਂ ਪਾਲਿਆ ਪੋਸਿਆ ਗਿਆ ਇਸ ਗੱਲ ਦੀ ਤਾਰੀਫ, ਤਾਇਆਂ ਚਾਚਿਆਂ ਦੇ ਖਾਨਦਾਨੀ ਹੋਣ ਦੀ ਗੱਲ, ਪਿਤਾ ਦੀ ਵਡਿਆਈ ਦੀ ਗੱਲ, ਸੋ ਲਾੜੇ ਦੇ ਸੋਹਣੇ ਹੋਣ ਦੀ ਗੱਲ, ਫੋਰਐਵਰ ਮੁੰਡੇ ਦੀ ਖੂਬਸੂਰਤੀ ਨੂੰ ਲੈ ਕੇ, ਮੁੰਡੇ ਦੀ ਤਾਰੀਫ ਨੂੰ ਲੈ ਕੇ, ਮੁੰਡੇ ਦੇ ਖਾਨਦਾਨ ਨੂੰ ਲੈ ਕੇ, ਮੁੰਡੇ ਦੇ ਪਰਿਵਾਰ ਨੂੰ ਲੈ ਕੇ, ਰਿਸ਼ਤੇਦਾਰ, ਤਾਈਆਂ, ਚਾਚੀਆਂ, ਮਾਮੀਆਂ, ਮਾਸੀਆਂ ਅਤੇ ਖਾਸ ਕਰ ਭੈਣਾਂ ਵੱਲੋਂ ਗਾਇਆ ਜਾਂਦਾ ਇਹ ਪੰਜਾਬੀ ਲੋਕ ਗੀਤ। ਆਓ ਇਸ ਦੇ ਬਾਰੇ ਹੋਰ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਅਖਵਾਉਂਦੇ ਹਨ। ਘੋੜੀ ਲੋਕ ਗੀਤ ਵਿੱਚ ਮੁੰਡੇ ਦੀ ਮਾਂ, ਭੈਣ ਅਤੇ ਹੋਰ ਨਜ਼ਦੀਕੀ ਰਿਸ਼ਤੇ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖਾਨਦਾਨ ਦੀ ਵਡਿਆਈ ਅਤੇ ਵਿਆਹ ਦੇ ਰੂਪ ਵਿੱਚ ਖਾਨਦਾਨ ਦੇ ਜਲੌ ਦਾ ਵਰਣਨ ਹੁੰਦਾ ਹੈ। ਜਲੌ ਤੋਂ ਭਾਵ ਵੀ ਉਹ ਕਿੰਨਾ ਕੁ ਵਧੀਆ ਖਾਨਦਾਨ ਹੈ, ਉਸ ਦੀ ਤਾਰੀਫ ਹੁੰਦੀ ਹੈ। ਮੁੰਡੇ ਨਾਲ ਉਸ ਦੇ ਮਾਪਿਆਂ ਦੇ ਸਾਕ ਸੰਬੰਧੀਆਂ ਦੇ ਲੰਮੇ ਮੂੰਹ ਦਾ ਰਿਸ਼ਤਾ ਅਤੇ ਲੁਟਾਇਆ ਜਾਂਦਾ ਲਾਡ ਪਿਆਰ ਦੱਸਿਆ ਹੁੰਦਾ ਹੈ। ਨਾਲ ਹੀ ਉਸ ਦੇ ਭਵਿੱਖ ਬਾਰੇ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ਸੋ ਜਿਹੜਾ ਇਹ ਪੰਜਾਬੀ ਘੋੜੀਆਂ ਲੋਕ ਗੀਤ ਹੈ, ਇਹਦੇ ਵਿੱਚ ਮੁੰਡੇ ਦੇ ਖਾਨਦਾਨ ਬਾਰੇ, ਉਸ ਦੇ ਪਾਲਣ ਪੋਸ਼ਣ ਬਾਰੇ, ਉਸ ਦੇ ਭਵਿੱਖ ਬਾਰੇ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਉਹਨੂੰ ਆਲ ਦੀ ਬੈਸਟ ਕਿਹਾ ਜਾਂਦਾ। ਉਹ ਵਿਆਹੁਲਾ ਮੁੰਡਾ ਵਿਆਹ ਕਰਵਾਉਣ ਜਾ ਰਿਹਾ, ਉਸ ਦਿਨ ਉਹਦੀਆਂ ਬੜੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਹਨ। ਵਿਆਹੁਲੇ ਮੁੰਡੇ ਦੀ ਤਾਰੀਫ ਵਿੱਚ ਗਾਇਆ ਗਿਆ ਗੀਤ ਹੁੰਦਾ ਹੈ ਘੋੜੀਆਂ, ਜਾਂ ਗਾਏ ਗਏ ਗੀਤ ਹੁੰਦੇ ਹਨ ਘੋੜੀਆਂ। ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਜਾਂਦਾ ਹੈ। ਅੱਗੇ ਤੁਹਾਨੂੰ ਘੋੜੀਆਂ ਦੀਆਂ ਜਿਹੜੀਆਂ ਵੰਨਗੀਆਂ ਨੇ ਬੇਟਾ, ਉਹਨਾਂ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ। ਸੋ ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਜਾਂਦਾ ਹੈ। ਉਸ ਦੇ ਜਨਮ 'ਤੇ ਸਾਰਿਆਂ ਵੱਲੋਂ ਕਿਵੇਂ ਖੁਸ਼ੀਆਂ ਮਨਾਈਆਂ ਗਈਆਂ, ਕਿਵੇਂ ਤੋਹਫੇ ਵੰਡੇ ਗਏ ਆਦਿ ਦਾ ਵਰਣਨ ਘੋੜੀਆਂ ਵਿੱਚ ਆਮ ਮਿਲਦਾ ਹੈ। ਮੁੰਡੇ ਦੇ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਅਤੇ ਉੱਚੇ ਸਮਾਜਿਕ ਰੁਤਬੇ ਦੀ ਵਡਿਆਈ ਵੀ ਕੀਤੀ ਜਾਂਦੀ ਹੈ। ਦੱਸਿਆ ਜਾਂਦਾ ਕਿ ਜਦੋਂ ਇਹ ਜਨਮ ਹੋਇਆ ਸੀ, ਕਿਹੜੇ ਕਿਹੜੇ ਲੋਕਾਂ ਨੂੰ ਦਾਨ ਪੁੰਨ ਦੇ ਵਿੱਚ ਤੋਹਫੇ, ਕੱਪੜੇ, ਬਹੁਤ ਸਾਰੀਆਂ ਹੋਰ ਚੀਜ਼ਾਂ ਵੰਡੀਆਂ ਗਈਆਂ, ਅਤੇ ਇਹ ਮੁੰਡੇ ਦਾ ਪਰਿਵਾਰ ਕਿੰਨਾ ਕੁ ਖੁਸ਼ਹਾਲ ਹੈ, ਇਹਨਾਂ ਦਾ ਸਮਾਜ ਦੇ ਵਿੱਚ ਕਿਹੋ ਜਿਹਾ ਰੁਤਬਾ, ਇਹ ਸਾਰੀਆਂ ਗੱਲਾਂ ਘੋੜੀਆਂ ਦੇ ਵਿੱਚ ਗਾਈਆਂ ਜਾਂਦੀਆਂ ਹਨ। ਘੋੜੀ ਚੜ੍ਹਨ ਵੇਲੇ ਦੀ ਸ਼ਾਨ ਨੂੰ ਭਿੰਨ ਭਿੰਨ ਤਰੀਕਿਆਂ ਨਾਲ ਬਿਆਨਿਆ ਹੁੰਦਾ ਹੈ, ਵੀ ਜਿਵੇਂ ਉਹ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਵਿਆਹੁਣ ਜਾਂਦਾ ਲੜਕੀ ਨੂੰ। ਮੁੰਡੇ ਦੇ ਵਸਤਰ, ਉਹਨਾਂ ਨੇ ਕਿੰਨੇ ਸੋਹਣੇ ਲਿਬਾਸ ਜੋ ਪਾਇਆ ਹੁੰਦਾ, ਉਹਦੀ ਤਾਰੀਫ ਹੁੰਦੀ ਆ। ਹਰ ਇੱਕ ਚੀਜ਼ ਨੂੰ ਲੈ ਕੇ, ਪੱਗ ਲੈ ਕੇ, ਉਸ ਦੇ ਜੋ ਉਹਨੇ ਜੁੱਤੀ ਪਹਿਨੀ ਹੈ ਉਸ ਨੂੰ ਲੈ ਕੇ, ਉਹਦੇ ਪੂਰੇ ਪਹਿਰਾਵੇ ਨੂੰ ਲੈ ਕੇ, ਉਸ ਦਾ ਸਿਹਰਾ, ਉਹਦੇ ਸਿਹਰੇ ਨੂੰ ਕਿੰਨੀਆਂ ਲੜੀਆਂ ਦੇ ਨਾਲ ਸਜਾਇਆ ਗਿਆ, ਮੋਤੀ, ਫੁੱਲ, ਬਹੁਤ ਕੁਛ ਚੀਜ਼ਾਂ ਉਹਦੇ ਸਿਹਰੇ ਦੀ ਤਾਰੀਫ 'ਚ ਕਹੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਉਸ ਦੀ ਜੁੱਤੀ ਦੀ ਮਹਿਮਾ ਵੀ ਰੱਜ ਕੇ ਕੀਤੀ ਜਾਂਦੀ ਹੈ। ਵਿਆਹੁਲੇ ਮੁੰਡੇ ਦੇ ਪੈਰ 'ਚ ਜੋ ਜੁੱਤੀ ਪਾਈ ਜਾਂਦੀ ਹੈ, ਉਸ ਦੀ ਵੀ ਤਾਰੀਫ ਕੀਤੀ ਜਾਂਦੀ ਹੈ ਘੋੜੀਆਂ ਦੇ ਵਿੱਚ। ਉਸ ਦੇ ਸਹੁਰੇ ਨੂੰ ਵੀ ਉੱਚਾ ਦੱਸਿਆ ਜਾਂਦਾ ਹੈ। ਜਿੱਥੇ ਉਹ ਸਹੁਰੇ ਪਰਿਵਾਰ 'ਚ ਜਾਂਦਾ ਵੀ ਭਾਈ ਇਹ ਵੀ ਰਾਜੇ ਮਹਾਰਾਜੇ ਨੇ, ਗਾਹਾਂ ਅੱਗੇ ਰਾਜੇ ਮਹਾਰਾਜਿਆਂ ਦੀ ਧੀ ਨੂੰ ਵਿਆਹੁਣ ਚੱਲਿਆ, ਜਿਸ ਕਰਕੇ ਮੁੰਡਾ ਅਤੇ ਉਸ ਦੇ ਪਰਿਵਾਰ ਵਾਲੇ ਉਚੇਰੇ ਜਾਪਦੇ ਹਨ। ਘੋੜੀਆਂ ਦੇ ਵਿੱਚ ਜਦੋਂ ਮੁੰਡੇ ਦੀ ਤਾਰੀਫ ਹੁੰਦੀ ਹੈ ਅਤੇ ਨਾਲ ਹੀ ਉਹਦੇ ਸਹੁਰਿਆਂ ਦੀ ਵੀ ਤਾਰੀਫ ਕੀਤੀ ਜਾਂਦੀ ਹੈ, ਵੀ ਉਹ ਥੋੜ੍ਹਾ ਉੱਚੇ ਜਾਪਦੇ ਹਨ। ਇਹ ਗੀਤ ਹੀ ਇਸ ਤਰ੍ਹਾਂ ਦਾ ਕਿ ਮੁੰਡੇ ਦੇ ਪਰਿਵਾਰ ਨੂੰ ਹਮੇਸ਼ਾ ਸਰਾਹਿਆ ਜਾਂਦਾ।
ਵਿਆਹ ਕੇ ਲਿਆਂਦੀ ਜਾਣ ਵਾਲੀ ਕੁੜੀ ਦੀ ਸੁੰਦਰਤਾ ਅਤੇ ਉਸ ਦੇ ਗੁਣਾਂ ਦੀ ਵੀ ਤਾਰੀਫ ਕੀਤੀ ਜਾਂਦੀ ਹੈ। ਵੀ ਜਿਵੇਂ ਮੁੰਡਾ ਗੁਣਾਂ ਦੀ ਗੁੱਥਲੀ ਹੈ, ਵੀ ਉਸੇ ਤਰ੍ਹਾਂ ਜਿਹੜੀ ਇਹ ਕੁੜੀ ਨੂੰ ਵਿਆਹੁਣ ਜਾ ਰਿਹਾ ਉਹ ਵੀ ਅਸੀਂ ਇਹ ਕਹਿ ਦਾਂਗੇ ਕਿ ਬਾਗਾਂ ਦੀ ਪਰੀ ਹੈ, ਜਾਂ ਉਹਨੂੰ ਪਰੀ ਲੋਕ ਦੀ ਪਰੀ ਕਿਹਾ ਜਾਂਦਾ, ਕਿ ਉਹਨੂੰ ਵੀ ਸਰਾਹਿਆ ਜਾਂਦਾ ਕਿ ਬੜੀ ਖੂਬਸੂਰਤ ਕੁੜੀ ਨੂੰ ਜਿਹੜਾ ਇਹ ਰਾਜਕੁਮਾਰ ਵਿਆਹੁਣ ਚੱਲਿਆ, ਅਤੇ ਉਹ ਵੀ ਬਹੁਤ ਸਾਰੇ ਗੁਣਾਂ ਨਾਲ ਪ੍ਰਫੁੱਲਿਤ ਲੜਕੀ ਹੈ, ਉਸ ਵਿੱਚ ਬਹੁਤ ਸਾਰੇ ਗੁਣ ਹਨ। ਉਸ ਨੂੰ ਵੀ ਤਾਰੀਫ ਦੇ ਵਜੋਂ ਇਸ ਘੋੜੀਆਂ ਰੂਪੀ ਲੋਕ ਗੀਤ ਦੇ ਵਿੱਚ ਗਾਇਆ ਜਾਂਦਾ ਹੈ। ਘੋੜੀਆਂ ਵਿੱਚ ਹੋਰ ਨਿੱਕੇ ਨਿੱਕੇ ਵੇਰਵੇ ਉਦਾਹਰਨਾਂ, ਜਿਵੇਂ ਅਸੀਂ ਉਦਾਹਰਨ ਵਜੋਂ ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ ਘੋੜੀ ਦੇ ਸ਼ਿੰਗਾਰ ਆਦਿ ਦੇ ਵੇਰਵੇ ਵੀ ਹੁੰਦੇ ਹਨ। ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਉਹਦੀ ਘੋੜੀ ਦੀ ਵੀ ਤਾਰੀਫ ਕੀਤੀ ਜਾਂਦੀ ਹੈ। ਉਹਦੀ ਘੋੜੀ ਨੂੰ ਵੀ ਛੋਲੇ ਚਾਰੇ ਜਾਂਦੇ ਨੇ, ਉਹਦੀ ਘੋੜੀ ਦੀ ਤਾਰੀਫ ਕੀਤੀ ਜਾਂਦੀ ਹੈ ਕਿ ਕਿੱਡੀ ਸੋਹਣੀ ਘੋੜੀ ਆ, ਉੱਚੀ ਲੰਮੀ ਘੋੜੀ ਆ। ਘੋੜੀ ਦੀਆਂ ਤਾਰੀਫਾਂ ਘੋੜੀ ਲੋਕ ਗੀਤ ਵਿੱਚ ਵੀ ਕੀਤੀਆਂ ਜਾਂਦੀਆਂ ਹਨ। ਸੁਹਾਗ ਵਾਂਗ ਘੋੜੀਆਂ ਵਿੱਚ ਵੀ ਸਾਰੀਆਂ ਰਿਸ਼ਤੇਦਾਰੀਆਂ ਦੇ ਪ੍ਰਸੰਗ ਵਿੱਚ ਘੋੜੀ ਚੜ੍ਹਨ ਦੀ ਰਸਮ ਦਾ ਵਰਣਨ ਹੁੰਦਾ ਹੈ। ਸੁਹਾਗ, ਜਿਵੇਂ ਅਸੀਂ ਲੜਕੀ ਦੇ ਵਿਆਹ ਦੇ ਗੀਤ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਜਿਵੇਂ ਉਹ ਸੁਹਾਗ ਦੇ ਵਿੱਚ ਸਾਰੇ ਰਿਸ਼ਤੇ ਨਾਤਿਆਂ ਨੂੰ ਸੰਬੋਧਿਤ ਕੀਤਾ ਜਾਂਦਾ, ਤਾਏ ਚਾਚੇ ਮਾਮੇ ਫੁੱਫੜ, ਉਸੇ ਤਰ੍ਹਾਂ ਇਹ ਘੋੜੀ ਜਦੋਂ ਮੁੰਡਾ ਚੜ੍ਹਦਾ ਹੈ ਉਹਨਾਂ ਦੀ ਵੀ ਵਿੱਚ ਵਡਿਆਈ ਕੀਤੀ ਜਾਂਦੀ ਹੈ, ਸਾਰੇ ਸਾਕ ਸੰਬੰਧਾਂ ਦੀ। ਘੋੜੀਆਂ ਨੂੰ ਵੀ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਗਾਏ ਜਾਣ ਦੀ ਲੋੜ ਮੁਤਾਬਕ ਇਹਨਾਂ ਵਿੱਚ ਸ਼ਬਦਾਂ ਅਤੇ ਵਾਕਾਂਸ਼ਾਂ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਜੋ ਬੋਲਦੇ ਨੇ ਉਹਨਾਂ ਨੂੰ ਕਈ ਵਾਰ ਰਿਪੀਟ ਵੀ ਕੀਤਾ ਜਾਂਦਾ ਅਤੇ ਕਈ ਵਾਰੀ ਉਹੀ ਸ਼ਬਦਾਂ ਨੂੰ ਥੋੜ੍ਹਾ ਜਿਹਾ ਦਮਦਾਰ ਬਣਾਉਣ ਲਈ ਦੁਬਾਰਾ ਉਹਨਾਂ 'ਚ ਦੁਹਰਾਓ ਕੀਤਾ ਜਾਂਦਾ। ਉਹਨਾਂ ਵਾਕਾਂ ਨੂੰ ਥੋੜ੍ਹਾ ਜਿਹਾ ਮਿਠਾਸ ਨਾਲ, ਕਿਤੇ ਤੇਜ਼ੀ ਨਾਲ ਬੋਲਿਆ ਜਾਂਦਾ, ਉਹਦੇ ਵਿੱਚ ਰੰਗਤ ਭਰਨ ਲਈ ਘੋੜੀਆਂ ਦੇ ਵਿੱਚ। ਬਾਕੀ ਲੋਕ ਗੀਤਾਂ ਵਾਂਗ ਘੋੜੀਆਂ ਵੀ ਹਰ ਖਿੱਤੇ ਦੀਆਂ ਆਪਣੀ ਬੋਲੀ ਵਿੱਚ ਹੁੰਦੀਆਂ ਹਨ। ਜਿਵੇਂ ਮਾਝਾ, ਮਾਲਵਾ, ਦੁਆਬਾ ਅਤੇ ਪੁਆਧੀ ਜਾਂ ਪੋਠੋਹਾਰੀ ਜਿਹੜਾ ਇਲਾਕਾ, ਉਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਆਪਣੇ ਭਰਾਵਾਂ ਪ੍ਰਤੀ ਜੋ ਪਿਆਰ ਹੈ, ਜਾਂ ਜਿਹੜੀਆਂ ਘੋੜੀਆਂ ਲੋਕ ਗੀਤ ਨੇ, ਇਹਨਾਂ ਵਿੱਚ ਕੁਝ ਸ਼ਬਦਾਂ ਦਾ ਜ਼ਰੂਰ ਅੰਤਰ ਅਸੀਂ ਦੇਖਦੇ ਹਾਂ ਕਿ ਉਹ ਇਲਾਕੇ ਮੁਤਾਬਕ ਉਹਨਾਂ ਦੇ ਵਿੱਚ ਵੰਨ ਸੁਵੰਨਤਾ ਮਿਲਦੀ ਹੈ। ਸੁਹਾਗ ਵਾਂਗ ਘੋੜੀਆਂ ਵੀ ਭਾਵ ਅਤੇ ਬਣਤਰ ਪੱਖੋਂ ਸਰਲ ਹੁੰਦੀਆਂ ਹਨ। ਜਿਵੇਂ ਸੁਹਾਗ ਵਿੱਚ ਕੁੜੀ ਦੇ ਮਨ ਦੀ ਵਲਵਲਾ ਜੋ ਅਸੀਂ ਪੇਸ਼ ਕਰਦੇ ਹਾਂ, ਅਤੇ ਘੋੜੀਆਂ ਦੇ ਵਿੱਚ ਮੁੰਡੇ ਦੀ ਤਾਰੀਫ ਕੀਤੀ ਜਾਂਦੀ ਹੈ ਬੜੇ ਸਰਲ ਜਿਹੇ ਸ਼ਬਦਾਂ ਵਿੱਚ। ਦੁਹਰਾਓ, ਪ੍ਰਕਿਰਤਿਕ ਛੂਹਾਂ, ਲੈ, ਰਵਾਨਗੀ ਆਦਿ ਘੋੜੀਆਂ ਦੇ ਹੋਰ ਲੱਛਣ ਹਨ। ਇਹਦੇ ਵਿੱਚੋਂ ਵੀ ਪ੍ਰਕਿਰਤੀ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਪਲ ਦੇ ਤੌਰ 'ਤੇ ਲਿਆ ਜਾਂਦਾ। ਲੈ, ਜਦੋਂ ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆ, ਉਹਦੇ ਜਿਹੜੇ ਈ ਆ ਸ਼ਬਦ ਆ, ਇਹਦੇ ਵਿੱਚ ਇਹਨੂੰ ਮਤਲਬ ਬੜੇ ਵਧੀਆ ਲੈ ਦੇ ਵਿੱਚ ਕੁੜੀਆਂ ਗਾਉਂਦੀਆਂ ਨੇ। ਤੁਸੀਂ ਇਹਨਾਂ ਨੂੰ ਜ਼ਰੂਰ ਸੁਣਿਆ ਕਰੋ। ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ, ਜਦੋਂ ਵੀ ਕਿਸੇ ਪਿੰਡ ਵਾਲੇ ਵਿਆਹ ਦੇ ਵਿੱਚ ਜਾਓ ਜਾਂ ਕਿਸੇ ਐਸੇ ਪੁਰਾਤਨ ਵਿਆਹ ਦੇ ਵਿੱਚ ਜਿੱਥੇ ਪੁਰਾਣੇ ਬਜ਼ੁਰਗ ਲੋਕ, ਤਾਈਆਂ ਚਾਚੀਆਂ ਇਕੱਠੀਆਂ ਬੈਠੀਆਂ ਹੋਣ, ਉੱਥੇ ਜ਼ਰੂਰ ਸੁਣਿਆ ਕਰੋ ਬੇਟਾ। ਇਹ ਲੜਕੀਆਂ ਨੇ ਖਾਸ ਤੌਰ 'ਤੇ ਸੁਣਨਾ ਅਤੇ ਲੜਕੇ ਵੀ ਸੁਣਨ ਕਿ ਮੁੰਡੇ ਦਾ ਵਿਆਹ ਕਿ ਹੁਣ ਘੋੜੀਆਂ ਗਾਈਆਂ ਜਾ ਰਹੀਆਂ ਨੇ। ਜੇ ਲੜਕੀ ਦੇ ਵਿਆਹ 'ਤੇ ਗਏ ਤਾਂ ਦੇਖੋ ਕਿ ਹੁਣ ਸੁਹਾਗ ਕਿੱਥੇ ਗਾਏ ਜਾ ਰਹੇ ਨੇ। ਜੇ ਨਾਨਕੇ ਦਾਦਕੇ ਬੈਠੇ ਕੋਈ ਗੀਤ ਗਾ ਰਹੇ ਨੇ ਤਾਂ ਦੇਖੋ ਕਿ ਜਿਹੜੇ ਸਰ ਗੱਲ ਦੱਸਦੇ ਸੀ ਇਹ ਸਿੱਠਣੀਆਂ ਗਾ ਰਹੀਆਂ ਨੇ। ਸੋ ਬੇਟਾ ਹਰ ਇੱਕ ਸਾਡੇ ਖੁਸ਼ੀ ਦੇ ਮੌਕਿਆਂ ਦੇ ਨਾਲ, ਜਿੱਥੇ ਅਸੀਂ ਅਲੂਣੀਆਂ ਨੇ ਬੇਟਾ, ਉਹ ਜਦੋਂ ਕਿਸੇ ਦੀ ਮ੍ਰਿਤੂ ਹੋ ਜਾਂਦੀ ਆ ਉੱਥੇ ਗਾਇਆ ਜਾਣ ਵਾਲਾ ਇੱਕ ਲੋਕ ਗੀਤ ਹੀ ਹੈ, ਜਿਹਦੇ ਵਿੱਚ ਵਿਰਾਗਮਈ ਰੂਪ ਦੇ ਵਿੱਚ ਕਿਸੇ ਦੀ ਤਾਰੀਫ ਹੁੰਦੀ ਹੈ। ਅਤੇ ਇਹ ਉਹ ਤਾਰੀਫ ਆ ਜਿਹੜੀ ਹੁਣ ਇੱਕ ਲੜਕੇ ਦੀ, ਵਿਆਹੁਲੇ ਦੀ, ਉਹਦੀ ਭੈਣ ਦੁਆਰਾ, ਤਾਈਆਂ ਚਾਚੀਆਂ ਮਾਮੀਆਂ ਮਾਸੀਆਂ ਭੂਆ ਦੁਆਰਾ ਕੀਤੀ ਜਾਂਦੀ ਹੈ। ਸੋ ਘੋੜੀਆਂ ਮੁੰਡੇ ਦੇ ਵਿਆਹ 'ਤੇ ਗਾਏ ਜਾਣ ਵਾਲੇ ਲੋਕ ਗੀਤ ਨੂੰ ਆਖਦੇ ਹਨ। ਆਓ ਜਿਹੜੀਆਂ ਤੁਹਾਡੀ ਪਾਠ ਪੁਸਤਕ ਵਿੱਚ ਘੋੜੀਆਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਇਸੇ ਚੈਨਲ ਤੋਂ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ, ਕੱਲੀ ਘੋੜੀ ਨੂੰ ਅਸੀਂ ਉਹਦੇ ਅਰਥਾਂ ਸਮੇਤ ਇਸੇ ਚੈਨਲ 'ਤੇ ਪਾਵਾਂਗੇ। ਆਓ ਜਿਹੜੀਆਂ ਤੁਹਾਡੀ ਪਾਠ ਪੁਸਤਕ ਦੀਆਂ ਘੋੜੀਆਂ ਹਨ ਉਹਨਾਂ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਹਨ, ਆਓ ਉਹਨਾਂ ਨੂੰ ਬਰੀਕੀ ਦੇ ਨਾਲ ਜਾਣਦੇ ਹਾਂ ਇਸੇ ਵੀਡੀਓ ਦੇ ਵਿੱਚ। ਹਾਂਜੀ, ਪਾਠ ਪੁਸਤਕ ਦੇ ਵਿੱਚ ਜੋ ਤੁਹਾਨੂੰ ਘੋੜੀਆਂ ਦਿੱਤੀਆਂ ਗਈਆਂ ਹਨ ਬੇਟਾ, ਮਤਲਬ ਗੁਣਗੁਣਾਉਣ ਲਈ, ਗਾਉਣ ਲਈ, ਉਹਨਾਂ ਦੇ ਜਿਹੜੇ ਪ੍ਰਸ਼ਨ ਉੱਤਰ ਨੇ, ਆਓ ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਹਰਿਆ ਨਿਮਾਲਣ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਕਿਵੇਂ ਵਿਸ਼ੇਸ਼ ਅਤੇ ਵਿਲੱਖਣ ਦਰਸਾਇਆ ਗਿਆ ਹੈ। ਹੁਣ ਉੱਪਰ ਹੈਡਿੰਗ ਦੇਖੋ, ਤੁਸੀਂ ਦੇਖ ਸਕਦੇ ਹੋ, ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਲੋਕ ਗੀਤ, ਇਹਨਾਂ ਨੂੰ ਘੋੜੀਆਂ ਆਖਦੇ ਹਨ। ਲਓ ਜੀ, ਜਿਹੜਾ ਮੁੰਡਾ ਹੁਣ ਜਿਸ ਦਾ ਵਿਆਹ, ਉਹਨੂੰ ਵਿਸ਼ੇਸ਼ ਤੌਰ 'ਤੇ ਵਿਲੱਖਣ ਮਤਲਬ ਅਲੱਗ ਕਿਵੇਂ ਅਸੀਂ ਗੀਤਾਂ ਦੇ ਵਿੱਚ ਜਾਂ ਇਹਨਾਂ ਘੋੜੀਆਂ ਦੇ ਵਿੱਚ ਉਸ ਨੂੰ ਪੇਸ਼ ਕਰਦੇ ਹਾਂ। ਹਰਿਆ ਨਿਮਾਲਣ, ਇਹ ਘੋੜੀ ਵਿੱਚ ਵਿਆਂਦੜ ਮੁੰਡਾ ਜਿਸ ਦਾ ਵਿਆਹ ਹੈ, ਜਨਮ ਤੋਂ ਹੀ ਪਰਿਵਾਰ ਲਈ ਭਾਗਾਂ ਵਾਲਾ ਸੀ।
ਉਸ ਦੇ ਜਨਮ ਨਾਲ ਘਰ ਹਰਿਆ ਭਰਿਆ ਤੇ ਭਾਗਾਂ ਵਾਲਾ ਬਣ ਗਿਆ। ਉਸ ਨੂੰ ਚੁੱਕਣ ਲਈ ਦਾਈਆਂ ਤੇ ਮਾਈਆਂ ਸਨ, ਜਿਨ੍ਹਾਂ ਨੂੰ ਪਾਲਣ ਤੇ ਖਿਲਾਉਣ ਲਈ ਦਾਈਆਂ ਤੇ ਮਾਈਆਂ ਸਨ, ਜਿਨ੍ਹਾਂ ਨੂੰ ਪਾਲਣ ਤੇ ਖਿਡਾਉਣ ਲਈ ਜੰਮਣ ਸਮੇਂ 5-5 ਰੁਪਏ ਵਧਾਈ ਵਜੋਂ ਦਿੱਤੇ ਗਏ। ਹੁਣ ਤਾਰੀਫ ਕੀਤੀ ਗਈ ਆ ਕਿ ਇਹ ਜਿਹੜੇ ਮੁੰਡੇ ਦਾ ਅੱਜ ਵਿਆਹ, ਇਹਨੂੰ ਪਾਲਣ ਸਮੇਂ ਦਾਈਆਂ ਤੇ ਮਾਈਆਂ ਰੱਖੀਆਂ ਗਈਆਂ ਤੇ ਉਹਨਾਂ ਨੂੰ 5-5 ਰੁਪਏ ਦਿੱਤੇ ਗਏ ਜਦੋਂ ਇਸ ਲੜਕੇ ਦਾ ਜਨਮ ਹੋਇਆ ਸੀ। ਭੈਣਾਂ ਜੋ ਕਿ ਇਸ ਨੂੰ ਰੇਸ਼ਮ ਦੇ ਕੱਪੜੇ ਵਿੱਚ ਲਪੇਟ ਕੇ ਗੋਦੀ ਚੱਕਦੀਆਂ ਸਨ ਤੇ ਉਹਨਾਂ ਨੂੰ ਰੇਸ਼ਮੀ ਤਿਉਰ ਭਾਵ ਕੇ ਸੋਹਣੇ ਕੀਮਤੀ ਕੱਪੜੇ ਤੋਹਫੇ ਵਜੋਂ ਦਿੱਤੇ ਗਏ। ਭੈਣਾਂ ਇਸ ਲੜਕੇ ਨੂੰ ਜਿਹਦਾ ਅੱਜ ਵਿਆਹ, ਉਹਨੂੰ ਰੇਸ਼ਮ ਦੇ ਕੱਪੜੇ ਦੇ ਵਿੱਚ, ਉਹਨਾਂ ਦਿਨਾਂ 'ਚ ਬੇਟਾ ਜਦੋਂ ਇਹ ਪੁਰਾਤਨ ਸਮੇਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਰੇਸ਼ਮ ਨੂੰ ਬਹੁਤ ਹੀ ਜ਼ਿਆਦਾ ਮਹਿੰਗਾ ਕੱਪੜਾ ਸਮਝਿਆ ਜਾਂਦਾ ਸੀ ਵੀ ਇਹਨੂੰ ਰੇਸ਼ਮ 'ਚ ਲਪੇਟ ਕੇ ਚੁੱਕਦੀਆਂ ਸਨ ਤੇ ਇਹਦੇ ਜਨਮ ਸਮੇਂ ਜਿਹੜੀਆਂ ਇਸ ਦੀਆਂ ਭੈਣਾਂ ਸਨ ਉਹਨੂੰ ਵੀ ਰੇਸ਼ਮ ਦੇ ਕੱਪੜੇ ਭਾਵ ਵੀ ਉਹਨੂੰ ਰੇਸ਼ਮ ਦੇ ਸੂਟ ਦਿੱਤੇ ਗਏ ਦੀਆਂ ਭੈਣਾਂ ਨੂੰ। ਅਗਲਾ ਹੈ ਹਰਿਆਣੀ ਮਾਲਣ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਵਡਿਆਈ ਕਿਵੇਂ ਦੱਸੀ ਗਈ ਹੈ। ਹੁਣ ਇਹਦੇ ਵਿੱਚ ਉਸ ਦੇ ਮੁੰਡੇ ਦੇ ਪਰਿਵਾਰ ਦੀ ਤਾਰੀਫ ਕਿਵੇਂ ਕੀਤੀ ਗਈ ਆ। ਜਿਵੇਂ ਸੁਹਾਗ ਦੇ ਵਿੱਚ ਤਾਏ, ਚਾਚੇ, ਮਾਮੇ, ਫੁੱਫਿਆਂ ਦੀ ਤਾਰੀਫ ਹੁੰਦੀ ਆ। ਹੁਣ ਇਸੇ ਹਰਿਆਣੀ ਮਾਲਣ ਘੋੜੀ ਵਿੱਚ ਇਹ ਵਿਆਹੇ ਜਾ ਰਹੇ ਮੁੰਡੇ ਦੇ ਪਰਿਵਾਰ ਦੀ ਤਾਰੀਫ ਕਿੱਦਾਂ ਹੁੰਦੀ ਆ। ਵਿਆਂਦੜ ਮੁੰਡੇ ਦਾ ਪਰਿਵਾਰ ਖੁਸ਼ਹਾਲ ਪਰਿਵਾਰ ਹੈ। ਇਹ ਦੱਸਿਆ ਜਾਂਦਾ ਘੋੜੀਆਂ ਦੇ ਵਿੱਚ ਕਿ ਬੜੇ ਖੁਸ਼ਹਾਲ ਪਰਿਵਾਰ ਦਾ ਮੁੰਡਾ ਹੈ, ਜਿਸ ਵਿੱਚ ਉਸ ਦੇ ਜੰਮਣ 'ਤੇ ਖੁਸ਼ੀਆਂ ਮਨਾ ਕੇ ਦਾਈਆਂ ਮਤਲਬ ਜਿਹੜੀ ਉਸ ਬੱਚੇ ਦੀ ਮਾਂ ਨੂੰ ਜਨਮ ਦਿਵਾਉਂਦੀ ਹੈ, ਉਸ ਬੱਚੇ ਨੂੰ ਉਸ ਦੀ ਮਾਂ ਤੋਂ, ਉਹਦੀ ਮਾਂ ਦੀ ਦੇਖਭਾਲ ਕਰਨ ਵਾਲੀ ਮਾਈਆਂ ਜਿਹੜੀਆਂ ਵੱਡੀਆਂ ਬਜ਼ੁਰਗ ਔਰਤਾਂ ਨੇ, ਉਸ ਸਮੇਂ ਦਾਈਆਂ, ਮਾਈਆਂ ਅਤੇ ਭੈਣਾਂ ਨੂੰ ਤੋਹਫੇ ਦਿੱਤੇ ਗਏ ਵੀ ਬਹੁਤ ਵਧੀਆ ਖੁਸ਼ਹਾਲ ਪਰਿਵਾਰ ਆ, ਵੀ ਗਿਫਟ ਦਿੱਤੇ ਇਹਨਾਂ ਨੇ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ। ਹੁਣ ਵਿਆਹ ਸਮੇਂ ਘਰ ਵਿੱਚ ਤੰਬੂ ਅਤੇ ਕਨਾਤਾਂ ਲੱਗੀਆਂ ਹਨ। ਤੰਬੂ ਬੇਟਾ ਜਿਹੜੇ ਅਸੀਂ ਜਿਹਨੂੰ ਟੈਂਟ ਕਹਿੰਦੇ ਆ, ਵੱਡੇ ਵੱਡੇ ਤੰਬੂ ਲੱਗੇ ਹੋਏ ਨੇ ਵੀ ਪਤਾ ਲੱਗਦਾ ਦੂਰ ਤੋਂ ਵੀ ਉਹ ਘਰੇ ਕਿਸੇ ਦਾ ਵਿਆਹ। ਅਤੇ ਮਾਲਣ ਇਸ ਦੇ ਸਿਹਰੇ ਵਜੋਂ 2 ਲੱਖ ਮਰੂਏ ਅਤੇ 1 ਲੱਖ ਚੰਬੇ ਦੇ ਫੁੱਲਾਂ ਦਾ ਹਾਰ ਗੁੰਦ ਕੇ ਲਿਆਈ ਹੈ। ਮਾਲਣ ਬੇਟਾ ਜਿਵੇਂ ਮਾਲੀ ਨਹੀਂ ਸੀ ਕਹਿੰਦੇ, ਜਿਹੜਾ ਗਾਰਡਨਿੰਗ ਕਰਦਾ ਹੈ ਤੁਹਾਡੇ ਘਰਾਂ ਦੇ ਵਿੱਚ ਮਾਲੀ, ਉਹਦੇ ਘਰ ਵਾਲੀ ਕਹਿੰਦੀ 2 ਲੱਖ ਮਰੂਏ। ਮਰੂਆ ਬੇਟਾ ਇੱਕ ਫੁੱਲ ਹੁੰਦਾ, ਬੜਾ ਵਧੀਆ ਫੁੱਲ ਹੈ, ਖੂਬਸੂਰਤ ਫੁੱਲ ਆ। ਉਹਦੇ ਕਹਿੰਦੀ 2 ਲੱਖ ਮਰੂਏ ਅਤੇ 1 ਲੱਖ ਚੰਬੇ ਦਾ ਫੁੱਲ, ਉਹ ਵੀ ਇੱਕ ਟਾਹਲੀ ਆ, ਚੰਬੇ ਦੀ ਟਾਹਲੀ ਦੇ ਫੁੱਲਾਂ ਦਾ ਹਾਰ ਗੁੰਦ ਕੇ ਲਿਆਈ ਆ ਵੀ ਬੜਾ ਵਧੀਆ ਜਿਹੜਾ ਇਹਦਾ ਸਿਹਰਾ ਤਿਆਰ ਕੀਤਾ, ਜਿਸ ਦਾ ਮੁੱਲ 3 ਲੱਖ ਰੁਪਏ ਹੈ। ਮਤਲਬ ਇੰਨਾ ਕੀਮਤੀ ਇਸ ਮੁੰਡੇ ਨੇ ਜਿਹੜਾ ਸਿਹਰਾ ਲਾਇਆ ਹੋਇਆ। 3 ਲੱਖ ਰੁਪਏ ਦਾ ਜਿਹੜਾ ਕੀਮਤੀ ਸਿਹਰਾ ਉਹੀ ਮੁੰਡਾ ਲਾਊਗਾ ਜਿਹਨਾਂ ਦਾ ਪਰਿਵਾਰ ਖੁਸ਼ਹਾਲ ਹੋਊਗਾ। ਇਹ ਤਾਰੀਫ ਆ ਬੇਟਾ, ਇਹ ਨਹੀਂ ਤੁਸੀਂ ਕਹੋ ਕਿ ਸਰ ਸੱਚੀ ਅਸਲ ਵਿੱਚ 3 ਲੱਖ ਰੁਪਏ ਦਾ ਸਿਹਰਾ ਹੁੰਦਾ। ਜੇ ਹੁਣ ਕੋਈ ਬੰਦਾ ਕਹੇ ਕਿ ਕਿਸੇ ਬੰਦੇ ਨੇ ਆਪਣੇ ਬੇਟਾ ਇੱਥੇ ਮਤਲਬ ਜਦੋਂ ਵਿਆਹੁਣ ਜਾ ਰਿਹਾ, ਮੰਨ ਲਓ ਵੀ ਉਹ ਇਸੇ ਪੁਰਾਤਨ ਪੰਜਾਬ ਦਾ ਵਾਸੀ ਹੋਵੇ ਅਤੇ ਉਹਨੇ ਸਿਹਰੇ 'ਚ ਕੋਹਿਨੂਰ ਹੀਰਾ ਲਾਇਆ ਹੋਵੇ ਅਤੇ ਉਹਦੀ ਤਾਂ ਕੋਈ ਕੀਮਤ ਹੀ ਨਹੀਂ। ਮਤਲਬ ਇਸ ਤਰ੍ਹਾਂ ਉਹਦੇ ਸਿਹਰੇ ਦੀ ਵਡਿਆਈ ਕੀਤੀ ਗਈ ਹੈ ਵੀ 3 ਲੱਖ ਰੁਪਏ ਦੀ ਕੀਮਤ ਦਾ ਉਹਨੇ ਸਿਹਰਾ ਲਾਇਆ ਹੋਇਆ ਹੈ। ਇਹ ਸਿਹਰਾ ਲਾਲ ਦੇ ਮੱਥੇ 'ਤੇ ਸਜਾ ਕੇ ਪਰਿਵਾਰ ਖੁਸ਼ੀ ਮਨਾ ਰਿਹਾ ਵੀ ਇੰਨਾ ਮਹਿੰਗਾ ਸਿਹਰਾ ਇਸ ਲਾਲ ਤੋਂ ਭਾਵ ਬੇਟਾ ਉਹ ਮੁੰਡਾ ਜਿਹਦਾ ਵਿਆਹ ਵੀ ਉਹਦੇ ਮੱਥੇ 'ਤੇ ਲਾ ਕੇ ਪਰਿਵਾਰ ਖੁਸ਼ੀ ਮਨਾ ਰਿਹਾ ਵੀ ਕਿੱਡਾ ਖੁਸ਼ਹਾਲ ਪਰਿਵਾਰ ਆ। ਇਹ ਇਸ ਤਰ੍ਹਾਂ ਘੋੜੀ ਦੇ ਵਿੱਚ ਪੇਸ਼ ਕੀਤਾ ਜਾਂਦਾ। ਪ੍ਰਸ਼ਨ ਨੰਬਰ 3, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਉਹ ਕਿਵੇਂ ਕੀਤੀ ਜਾਂਦੀ ਆ। ਹੁਣ ਜਿਹੜੀ ਇਹਦੀ ਲੜਕੇ ਦੀ ਵਿਆਹੁਲੇ ਮੁੰਡੇ ਦੀ ਤਾਰੀਫ ਆ, ਸਿਫਤ ਆ, ਉਹ ਕਿਵੇਂ ਕਰਦੇ ਨੇ ਘੋੜੀਆਂ ਦੇ ਵਿੱਚ ਗਾ ਕੇ। ਉੱਤਰ, ਮੈਂ ਬਲਿਹਾਰੇ ਵੇ ਮਾਂ ਦਿਆ ਸੁਰਜਣਾ। ਹੁਣ ਜਿਹੜਾ ਸੁਰਜਣਾ, ਮੈਂ ਤੇਰੇ ਤੋਂ ਬਲਿਹਾਰੇ ਜਾਂਦੀ ਹਾਂ, ਸੁਰਜਣ ਉਸ ਮੁੰਡੇ ਨੂੰ ਸੰਬੋਧਨ ਕੀਤਾ ਗਿਆ ਜਿਸ ਦਾ ਵਿਆਹ ਹੈ। ਘੋੜੀ ਵਿੱਚ ਵਿਆਂਦੜ ਮੁੰਡੇ ਦੀ ਸਾਨੋ ਸ਼ੌਕਤ ਦੀ ਸਿਫਤ ਕਿਵੇਂ ਕੀਤੀ ਗਈ ਹੈ ਕਿ ਉਸ ਦੀ ਘੋੜੀ ਅਤੇ ਕਾਠੀ ਬਹੁਤ ਸੋਹਣੀ ਹੈ। ਹੁਣ ਤੁਹਾਨੂੰ ਗੱਲ ਦੱਸੀ ਸੀ ਵੀ ਘੋੜੀਆਂ ਦੇ ਵਿੱਚ ਘੋੜੀ ਦੀ ਵੀ ਤਾਰੀਫ ਹੁੰਦੀ ਆ, ਉਹਦੀ ਕਾਠੀ ਬਹੁਤ ਸੋਹਣੀ ਹੈ। ਕਿਹਦੀ? ਉਸ ਘੋੜੀ ਦੇ ਉੱਪਰ ਜਿਹਦੇ ਉੱਪਰ ਉਸ ਮੁੰਡੇ ਨੇ ਬੈਠਣਾ। ਇਹ 1500 ਦੇ ਮੁੱਲ ਦੀ ਹੈ। ਉਹਨਾਂ ਦਿਨਾਂ ਦੇ ਹਿਸਾਬ ਨਾਲ ਵੀ 1500 ਰੁਪਏ ਦੀ ਕਾਠੀ ਹੈ ਘੋੜੀ ਦੀ ਜਿਹਦੇ ਉੱਪਰ ਇਹ ਬੈਠੂਗਾ। ਉਸ ਦਾ ਰਾਜਿਆਂ ਵਾਲਾ ਖਾਣਾ ਹੈ। ਮੁੰਡੇ ਦਾ ਵੀ ਕਹਿ ਦਿਓ ਅਤੇ ਘੋੜੀ ਦਾ ਵੀ ਕਹਿ ਸਕਦੇ ਹਾਂ ਕਿ ਇਹ ਬਦਾਮ ਅਤੇ ਛੋਲੇ ਚਰਦੀ ਹੈ। ਜੇ ਮੁੰਡੇ ਦੀ ਗੱਲ ਕਹੀਏ ਕਿ ਇਹ ਰਾਜਿਆਂ ਦੀ ਤਰ੍ਹਾਂ ਖਾਂਦਾ ਹੈ, ਮਤਲਬ ਰਾਜਾ ਹੀ ਆ, ਉਹਨੂੰ ਦਿਖਾਇਆ ਗਿਆ ਘੋੜੀਆਂ ਦੇ ਵਿੱਚ। ਉਸ ਨੇ ਅੱਗੇ ਅਮੀਰ ਸਰਦਾਰਾਂ ਦੇ ਘਰ ਢੁੱਕਣਾ ਹੈ। ਹੁਣ ਮਤਲਬ ਇੱਥੇ ਉਸ ਮੁੰਡੇ ਦੇ ਪਰਿਵਾਰ ਦੀ ਤਾਰੀਫ ਤਾਂ ਹੁੰਦੀ ਹੈ, ਨਾਲ ਇਹ ਵੀ ਕਿਹਾ ਕਿ ਉਸ ਨੇ ਅੱਗੇ ਵੀ ਐਸੇ ਹੀ ਅਮੀਰ ਸਰਦਾਰਾਂ ਦੇ ਘਰ ਢੁੱਕਣਾ ਹੈ।
ਉਸ ਦੀ ਘੋੜੀ ਦੀ ਚਾਲ ਸਰਦਾਰਾਂ ਵਾਲੀ ਹੈ। ਜਿਵੇਂ ਇੱਕ ਖਾਨਦਾਨੀ ਜੋ ਪਹਿਲਾਂ ਬੇਟਾ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਕੋਲ ਨਸਲ ਦੀਆਂ ਘੋੜੀਆਂ ਹੁੰਦੀਆਂ ਸੀ, ਵੀ ਜਿਹੜੀ ਇਸ ਘੋੜੀ ਦੀ ਚਾਲ ਆ ਨਾ, ਉਸ ਦੀ ਸਰਦਾਰਾਂ ਵਾਲੀ ਚਾਲ ਆ, ਵੀ ਐ ਠਾਠ ਬਾਠ ਨਾਲ ਤੁਰਨ ਵਾਲੀ ਘੋੜੀ ਆ। ਉਸ ਦੇ ਸਿਰ 'ਤੇ ਸੋਹਣਾ ਚੀਰਾ ਹੈ ਅਤੇ ਉੱਪਰ 1500 ਮੁੱਲ ਵਾਲੀ ਕਲਗੀ ਹੈ ਅਤੇ ਗਲ ਵਿੱਚ ਕੈਂਠਾ ਪਾਇਆ ਹੈ। ਕਿਹਦੀ ਤਾਰੀਫ ਹੋ ਰਹੀ ਹੈ ਹੁਣ? ਘੋੜੀ ਦੀ ਨਹੀਂ, ਹੁਣ ਉਸ ਦੇ ਉੱਪਰ ਬੈਠੇ ਲੜਕੇ ਦੀ ਤਾਰੀਫ ਹੋ ਰਹੀ ਹੈ ਵੀ ਉਹਦੇ ਸਿਰ 'ਤੇ ਸੋਹਣਾ ਚੀਰਾ ਹੈ, ਚੀਰੇ ਤੋਂ ਭਾਵ ਪੱਗ ਹੈ, ਉਹਦੇ ਉੱਪਰ 1500 ਮੁੱਲ ਵਾਲੀ ਕਲਗੀ ਵੀ ਲੱਗੀ ਹੋਈ ਹੈ। ਕਲਗੀ ਹੈ ਅਤੇ ਗਲ ਵਿੱਚ ਕੈਂਠਾ ਪਾਇਆ ਹੋਇਆ ਹੈ। ਇਹ ਮੁੰਡਿਆਂ ਦੇ ਗਲ ਦੇ ਵਿੱਚ ਪਾਇਆ ਜਾਣ ਵਾਲਾ ਗਹਿਣਾ ਹੈ, ਵੀ ਇਹਦੇ ਗਲ ਦੇ ਵਿੱਚ ਕੈਂਠਾ ਪਾਇਆ ਹੈ ਅਤੇ ਕੈਂਠਾ 1500 ਦੀਆਂ ਜੁਗਨੀਆਂ ਦੇ ਨਾਲ ਸਜਿਆ ਹੋਇਆ ਹੈ। ਜੁਗਨੀਆਂ ਬੇਟਾ ਗੋਲ ਗੋਲ ਜਿਹਨੂੰ ਮੋਤੀ ਟਾਈਪ ਕਹਿੰਦੇ ਨੇ, ਉਹਨੂੰ ਜੁਗਨੀ ਬੋਲਦੇ ਨੇ, ਕਿ ਇਹ ਜਿਹੜਾ ਕੈਂਠਾ 1500 ਦੀਆਂ ਜੁਗਨੀਆਂ ਦੇ ਨਾਲ ਸਜਿਆ ਹੋਇਆ ਹੈ। ਉਸ ਦਾ ਪਹਿਰਾਵਾ ਵੀ ਬਹੁਤ ਸੋਹਣਾ ਅਤੇ ਮਹਿੰਗੇ ਮੁੱਲ ਦਾ ਹੈ। ਹੁਣ ਆਪਾਂ ਉੱਪਰ ਪੜ੍ਹਿਆ ਸੀ ਵੀ ਮੁੰਡੇ ਦੀ ਵੀ ਤਾਰੀਫ ਹੁੰਦੀ ਆ, ਘੋੜੀ ਦੀ ਵੀ ਤਾਰੀਫ ਹੁੰਦੀ ਆ। ਹੁਣ ਮੁੰਡੇ ਦੇ ਹਾਰ ਸ਼ਿੰਗਾਰ ਦੀ ਗੱਲ ਦੱਸੀ ਗਈ ਹੈ ਇਹਦੇ ਵਿੱਚ, ਜੇ ਅਸੀਂ ਧਿਆਨ ਨਾਲ ਪੜ੍ਹੀਏ ਕਿ ਕਿੰਨੇ ਕੀਮਤੀ ਉਹਨੇ ਜਿਹੜੇ ਸਿਹਰਾ ਕਲਗੀ ਆ, ਉਹਨੇ ਕੈਂਠਾ ਪਾਇਆ ਹੋਇਆ, ਉਹ ਚੀਜ਼ ਦੀ ਤਾਰੀਫ ਕੀਤੀ ਗਈ ਹੈ। ਮੈਂ ਬਲਿਹਾਰੇ ਵੇ ਮਾਂ ਦੇ ਆ ਸੁਰਜਣਾ। ਅੱਗੇ ਆ, ਮੱਥੇ 'ਤੇ ਚਮਕਣ ਵਾਲ ਘੋੜੀ ਵਿੱਚ ਕੀ ਭਾਵ ਪੇਸ਼ ਹੋਏ ਹਨ? ਇਸ ਘੋੜੀ ਵਿੱਚ ਜੰਝ ਚੜ੍ਹਨ ਸਮੇਂ ਦੇ ਭਾਵ ਬਿਆਨ ਕੀਤੇ ਗਏ ਹਨ ਕਿ ਮਾਂ ਲਾੜੇ ਦੇ ਰੂਪ ਵਿੱਚ ਸਜੇ ਆਪਣੇ ਪੁੱਤਰ ਤੋਂ ਬਲਿਹਾਰ ਜਾਂਦੀ ਹੈ। ਉਸ ਦੇ ਮੱਥੇ 'ਤੇ ਸਿਹਰੇ ਦੇ ਵਾਲ ਚਮਕ ਰਹੇ ਹਨ। ਹੱਥ ਗਾਨਾ ਬੱਧਾ ਹੋਇਆ ਹੈ, ਸ਼ਗਨਾਂ ਵਾਲਾ ਗਾਨਾ, ਜਿਸ ਦੇ 4 ਫੁੰਮਣ ਬਹੁਤ ਸੋਹਣੇ ਲੱਗਦੇ ਹਨ, ਜੋ ਨੀਚੇ ਨੂੰ ਬੇਟਾ ਲਮਕਦੇ ਹੁੰਦੇ ਨੇ। ਵੈਸੇ ਜਿਹੜੇ ਗਾਨੇ ਨੇ ਇਹ ਜ਼ਿਆਦਾਤਰ ਕੁੜੀਆਂ ਬੰਨ੍ਹਦੀਆਂ ਨੇ, ਬਟ ਛੋਟੇ ਰੂਪ 'ਚ ਹੁੰਦਾ ਸੀ ਪਹਿਲਾਂ ਦੇ ਸਮੇਂ 'ਚ। ਜਿਸ ਦੇ 4 ਫੁੰਮਣ ਜਿਹੜੇ ਉਹ ਰੰਗ ਬਰੰਗੇ ਬੇਟਾ, ਉਹ ਫੁੱਲ ਟਾਈਪ ਹੁੰਦੇ ਨੇ ਫੁੰਮਣ, ਫੁੰਮਣ ਬਹੁਤ ਸੋਹਣੇ ਲੱਗਦੇ ਹਨ। ਹੱਥ 'ਤੇ ਸ਼ਗਨਾਂ ਦੀ ਮਹਿੰਦੀ ਦਾ ਸੂਹਾ ਰੰਗ ਜਚ ਰਿਹਾ ਹੈ। ਜਿਵੇਂ ਕੁੜੀਆਂ ਦੇ ਮਹਿੰਦੀ ਚੜ੍ਹਦੀ ਆ, ਉਹ ਲਾੜੇ ਦੇ ਵੀ ਬੇਟਾ ਪਹਿਲਾਂ ਸ਼ਗਨਾਂ ਦੇ ਤੌਰ 'ਤੇ ਮਹਿੰਦੀ ਲਾਈ ਜਾਂਦੀ ਸੀ। ਲਾੜੇ ਨੂੰ ਕਹਿ ਰਹੀ ਹੈ ਕਿ ਉਹ ਆ ਕੇ ਆਪਣੀਆਂ ਭੈਣਾਂ ਤੋਂ ਸਿਹਰਾ ਬਣਾ ਲਵੇ ਅਤੇ ਸਿਹਰੇ ਦੀਆਂ ਲੜੀਆਂ ਬਹੁਤ ਸੁੰਦਰ ਲੱਗ ਰਹੀਆਂ ਹਨ। ਜੋ ਉਹਦਾ ਹਾਰ ਸ਼ਿੰਗਾਰ ਆ, ਉਹ ਭੈਣਾਂ ਨੂੰ ਆਵਾਜ਼ਾਂ ਮਾਰਦਾ ਕਿ ਆ ਜਾ ਭੈਣੋ, ਮੇਰੇ ਜੋ ਸਿਹਰਾਬੰਦੀ ਦੀ ਰਸਮ ਕਰੋ। ਇਹ ਸਾਰੀਆਂ ਚੀਜ਼ਾਂ ਮਤਲਬ ਭੈਣਾਂ ਨੂੰ ਸੰਬੋਧਨ ਨੇ। ਸ਼ਗਨਾਂ ਦੀ ਘੋੜੀ 'ਤੇ ਬੈਠੇ ਦਾ ਭਰਾਵਾਂ ਨਾਲ ਮਾਣ ਵੱਧ ਰਿਹਾ ਹੈ। ਹੁਣ ਆਲੇ ਦੁਆਲੇ ਉਹਦੇ ਭਰਾ ਖੜ੍ਹੇ ਨੇ ਅਤੇ ਸ਼ਗਨਾਂ ਵਾਲੀ ਘੋੜੀ ਦੇ ਉੱਪਰ ਉਹ ਸਜਿਆ ਧਜਿਆ ਬੈਠਾ ਹੈ। ਕੌਣ? ਜਿਸ ਦਾ ਵਿਆਹ ਲਾੜਾ। ਉਸਨੇ ਸਹੁਰੇ ਜਾ ਕੇ ਲਾੜੀ ਨਾਲ ਸ਼ਗਨਾਂ ਦੀਆਂ ਲਾਵਾਂ ਲੈਣੀਆਂ ਹਨ ਅਤੇ ਜਦੋਂ ਉਹ ਸ਼ਗਨਾਂ ਦਾ ਡੋਲਾ ਲਾੜੀ ਨੂੰ ਬਿਠਾ ਕੇ ਘਰ ਆਵੇਗਾ ਤਾਂ ਉਹ ਸ਼ਗਨਾਂ ਦਾ ਪਾਣੀ ਵਾਰ ਕੇ ਪੀਵੇਗੀ। ਮੱਥੇ 'ਤੇ ਚਮਕਣ ਵਾਲ, ਇਹਦੇ ਵਿੱਚ ਮਾਂ ਕੁੜੀ ਨੂੰ ਵਿਆਹੁਣ ਜਾ ਰਹੇ ਆਪਣੇ ਮੁੰਡੇ ਦੀ ਤਾਰੀਫ ਕਰਦੀ ਆ ਅਤੇ ਉਹਦੇ ਮੁੰਡੇ ਦੇ ਵਿੱਚ ਜਿਹੜੇ ਵੀ ਵਿਲੱਖਣ ਗੁਣ ਨੇ ਉਹਨਾਂ ਦੀ ਤਾਰੀਫ ਕਰਦੀ ਆ ਅਤੇ ਇਮੈਜਨ ਕਰਦੀ ਆ ਕਿ ਮੇਰਾ ਇਹ ਸਜਿਆ ਧਜਿਆ ਰਾਜਕੁਮਾਰ ਆਪਣੇ ਭਰਾਵਾਂ ਨਾਲ ਜਦੋਂ ਸਾਡੇ ਘਰ ਲਾੜੀ ਨੂੰ ਲੈ ਕੇ ਆਊਗਾ ਅਤੇ ਮੈਂ ਉਸ ਤੋਂ ਪਾਣੀ ਵਾਰ ਕੇ ਪੀਵਾਂਗੀ। ਅੱਗੇ ਹੈਗਾ 5 ਨੰਬਰ ਪ੍ਰਸ਼ਨ, ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਪਰਿਵਾਰ ਦੀ ਖੁਸ਼ਹਾਲੀ ਰਸਮਾਂ ਬਾਰੇ ਕੀ ਜਾਣਕਾਰੀ ਹੈ? ਉੱਤਰ ਹੈ, ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਵਿਆਹੁੰਦੜ ਮੁੰਡੇ ਦਾ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਹੈ। ਉਸ ਦੀ ਸੁਹਾਗਣ ਮਾਂ ਉਸ ਦੇ ਸ਼ਗਨ ਕਰਦੀ ਹੈ। ਪੈਸੇ ਸੁੱਟਣ ਲਈ ਬਾਬਾ ਦੰਮਾਂ ਦੀ ਬੋਰੀ ਫੜਦਾ ਹੈ। ਉਸ ਦਾ ਬਾਬਲ ਹਾਥੀਆਂ ਦੇ ਸੰਗਲ ਫੜ ਕੇ ਉਹਨਾਂ ਨੂੰ ਜੰਝ ਵਿੱਚ ਸ਼ਾਮਲ ਕਰਦਾ ਹੈ। ਵਿਆਹੁੰਦੜ ਮੁੰਡਾ ਨੀਲੀ ਘੋੜੀ 'ਤੇ ਸਵਾਰ ਹੁੰਦਾ ਹੈ। ਉਸ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ ਅਤੇ ਭੈਣ ਘੋੜੀ ਦੀ ਵਾਂਗ ਫੜਦੀ ਹੈ। ਜਦੋਂ ਉਹ ਵਿਆਹ ਕੇ ਵਾਪਸ ਘਰ ਪਰਤਦਾ ਹੈ ਤਾਂ ਉਸ ਦੀ ਮਾਂ ਸ਼ਗਨਾਂ ਦਾ ਪਾਣੀ ਵਾਰ ਕੇ ਪੀਂਦੀ ਹੈ। ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਪ੍ਰਕਿਰਤੀ ਨੂੰ ਵਿਆਹ ਦੀ ਖੁਸ਼ੀ ਨਾਲ ਕਿਵੇਂ ਜੋੜਿਆ ਗਿਆ ਹੈ? ਹੁਣ ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਦੱਸਿਆ ਗਿਆ ਹੈ ਕਿ ਵਿਆਹ ਸਮੇਂ ਘਰ ਵਿੱਚ ਖੁਸ਼ੀ ਦੇ ਵਾਤਾਵਰਨ ਵਿੱਚ ਪ੍ਰਕਿਰਤੀ ਵੀ ਸ਼ਾਮਲ ਜਾਂ ਭਾਈਵਾਲ ਹੈ। ਹਲਕਾ ਮੀਂਹ ਪੈ ਰਿਹਾ। ਨਿੱਕੀ ਨਿੱਕੀ ਬੂੰਦੀ ਜਿਹੜੀ ਇਹ ਨਿੱਕੀ ਨਿੱਕੀ ਬੂੰਦੀ ਕਿਹਾ ਗਿਆ ਬੇਟਾ, ਹਲਕੀਆਂ ਹਲਕੀਆਂ ਮਤਲਬ ਕਣੀਆਂ ਪੈ ਰਹੀਆਂ ਨੇ। ਹਲਕਾ ਮੀਂਹ ਪੈ ਰਿਹਾ ਹੈ। ਹਾਥੀ, ਨੀਲੀ ਘੋੜੀ, ਪੀਲੀ ਦਾਲ ਖੁਸ਼ੀਆਂ ਨੂੰ ਵਧਾਉਂਦੇ ਹਨ। ਰੰਗਾਂ ਦੇ ਨਾਂ ਖੁਸ਼ੀ ਦੇ ਮਾਹੌਲ ਵਿੱਚ ਵਾਧਾ ਕਰਨ 'ਤੇ
ਕੁਦਰਤ ਦੀ ਸਮੂਲੀਅਤ ਦਰਸਾਉਣ ਲਈ ਦੁਹਰਾਏ ਵਰਤੇ ਗਏ ਹਨ। ਜਿਹੜੇ ਆ ਉੱਪਰ ਬੇਟਾ ਹਾਥੀ, ਨੀਲੀ ਘੋੜੀ, ਪੀਲੀ ਦਾਲ ਅਤੇ ਬੇਟਾ ਨਿੱਕੀ ਨਿੱਕੀ ਬੂੰਦੀ ਵੀ ਵਰਖਾ, ਇਹ ਸਾਰੇ ਪ੍ਰਕਿਰਤੀ ਨੂੰ ਇਹਦੇ ਵਿੱਚ ਸ਼ਾਮਲ ਕਰਦੇ ਨੇ ਕਿ ਇੱਕ ਘਰ ਦੀ ਖੁਸ਼ੀ ਦੇ ਵਿੱਚ ਜਿਹੜੀ ਪ੍ਰਕਿਰਤੀ ਆ ਜਾਂ ਸਾਡਾ ਵਾਤਾਵਰਨ ਆ ਜਾਂ ਸਾਡੀ ਕੁਦਰਤ ਆ ਉਹ ਕਿੱਦਾਂ ਯੋਗਦਾਨ ਪਾਉਂਦੀ ਹੈ। ਸੋ ਇਹ ਸਨ ਤੁਹਾਡੀਆਂ ਘੋੜੀਆਂ ਅਤੇ ਵੱਖ-ਵੱਖ ਘੋੜੀਆਂ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਅਸੀਂ ਉਹਨਾਂ ਦੀ ਵਿਆਖਿਆ ਕੀਤੀ ਹੈ ਇਸ ਵੀਡੀਓ ਦੇ ਵਿੱਚ। ਅਤੇ ਘੋੜੀਆਂ ਨੂੰ ਹੋਰ ਜ਼ਿਆਦਾ ਰੋਮਾਂਚਿਕ ਢੰਗ ਨਾਲ ਪੜ੍ਹਨ ਲਈ ਤੁਸੀਂ ਪਾਠ ਪੁਸਤਕ ਵਿੱਚ ਦਿੱਤੀਆਂ ਸਾਰੀਆਂ ਘੋੜੀਆਂ ਨੂੰ ਇੱਕ ਵਾਰ ਦੁਬਾਰਾ ਪੜ੍ਹਨਾ ਹੈ। ਅਤੇ ਜਦੋਂ ਅਸੀਂ ਪਹਿਲਾਂ ਘੋੜੀਆਂ ਪੜ੍ਹਾਂਗੇ ਅਤੇ ਫਿਰ ਪ੍ਰਸ਼ਨ ਉੱਤਰ ਪੜ੍ਹਾਂਗੇ ਫਿਰ ਬੜੀਆਂ ਇਹ ਇੰਟਰਸਟਿੰਗ ਲੱਗਦੀਆਂ ਹਨ ਸਾਨੂੰ ਸਾਡੀਆਂ ਲੋਕ ਗੀਤਾਂ ਦੀਆਂ ਵੰਨਗੀਆਂ। ਸੋ ਘੋੜੀਆਂ ਗੀਤ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।